अस्सलामुअलैका या साहिबुल असर व ज़मान बाफ़िज़ान मुर्शद अब्द हैदर। इल्म, शऊर ते एहसास, सच्चाई एक ऐसी सज़ा है, हकीकत गल है बिल्कुल एक सज़ा है ते तकरीबन एक गल 5% लोगों ਨੂੰ समझ आनी है, 95% लोगों ਨੂੰ शायद मजाक ही लगे कि खुदा जिन्हां ਨੂੰ इल्म, शऊर, एहसास ते सच्चाई ਦੀ दौलत अता फरमांदा है ना, ਇਹਨਾਂ ਨੂੰ ਦੁਨੀਆ ਵਿੱਚ ਹੀ ਅਜ਼ਾਬ ਦਿੰਦਾ ਹੈ, ਕੈਦ, ਸਜ਼ਾ ਦਿੰਦਾ ਹੈ, ਕੋਈ ਸ਼ੱਕ ਨਹੀਂ। ਉਹ ਆਪਣੇ ਘਰ ਦੇ ਵਿੱਚ ਹੀ ਕੈਦ ਬਾਮਸ਼ੱਕਤ ਦੀ ਸਜ਼ਾ ਕੱਟ ਰਹੇ ਹੁੰਦੇ ਨੇ, ਅਜ਼ੀਅਤ ਕੱਟ ਰਹੇ ਹੁੰਦੇ ਨੇ, ਭਰੀ ਮਹਿਫਲ ਦੇ ਵਿੱਚ ਵੀ ਇਕੱਲੇ ਹੁੰਦੇ ਨੇ, ਆਪਣਿਆਂ 'ਚ ਵੀ ਬੇਗਾਨੇ ਹੁੰਦੇ ਨੇ, ਲੋਕ ਖੁਸ਼ੀਆਂ ਮਨਾ ਰਹੇ ਹੁੰਦੇ ਨੇ, ਉਹ ਫਿਰ ਪਰੇਸ਼ਾਨ ਹੁੰਦੇ ਨੇ। ਯਾਨੀ ਕਿ ਭਰੀ ਮਹਿਫਲ 'ਚ ਉਹ ਅਕੇਲੇ, ਨਾ ਕੋਈ ਉਹਨਾਂ ਦਾ ਹਮ ਖਿਆਲ ਮਿਲੇ। ਗੱਲ ਉਹ ਹੀ ਆ ਜਾਂਦੀ ਕਿ ਕਿਸ ਨੂੰ ਹਾਲ ਸੁਣਾਵਾਂ ਦਿਲ ਦਾ, ਕੋਈ ਮਹਿਰਮ ਰਾਜ਼ ਨਾ ਮਿਲਦਾ। ਉਹਨਾਂ ਦੇ ਅੰਦਰ ਅਹਿਸਾਸ ਹੁੰਦਾ ਹੈ, ਉਹਨਾਂ ਨੂੰ ਐਸੇ ਲੋਕਾਂ ਦਾ ਵੀ ਅਹਿਸਾਸ ਕਰਨਾ ਪੈਂਦਾ ਹੈ ਕਿ ਜਿਹੜੇ ਅਹਿਸਾਸ ਤੇ ਕੀ ਇਹ ਇਨਸਾਨ ਕਹਿਵਾਉਣ ਦੇ ਵੀ ਕਾਬਿਲ ਨਹੀਂ ਹੁੰਦੇ। ਉਹ ਜਿਹੜਾ ਅਹਿਸਾਸ ਹੁੰਦਾ ਨਾ, ਉਹਨੂੰ ਯਕੀਨ ਕਰੋ ਕਿ ਅੰਦਰ ਹੀ ਅੰਦਰ ਖਾਏ ਵੀ ਜਾ ਰਿਹਾ ਹੁੰਦਾ ਕਿ ਐਸੇ ਲੋਕਾਂ ਦਾ ਭਲਾ ਕਰ ਰਿਹਾ ਹੁੰਦਾ ਨਾ ਕਿ ਜਿਹੜੇ ਲੋਕ ਉਹਨੂੰ ਗਲਤ ਸਮਝ ਰਹੇ ਹੋਣਗੇ, ਜਿਹੜੇ ਲੋਕ ਉਹਨੂੰ ਪਾਗਲ ਸਮਝ ਰਹੇ ਹੋਣਗੇ, ਉਹਨੂੰ ਉਹਦਾ ਵੀ ਅਹਿਸਾਸ ਕਰਨਾ ਪੈਂਦਾ। ਮੈਂ ਅੱਗੇ ਕਿਹਾ ਕਿ ਮੇਰੀ ਗੱਲ ਇਹ ਸਿਰਫ ਕੋਈ 5% ਲੋਕਾਂ ਨੂੰ ਸਮਝ ਆਉਣੀ ਹੈ ਤੇ ਉਸ ਨੂੰ ਸਮਝ ਆਉਣੀ ਹੈ ਕਿ ਜਿਹੜਾ ਇਲਮ ਰੱਖਦਾ ਹੋਏਗਾ, ਜਿਹੜਾ ਸ਼ਊਰ ਰੱਖਦਾ ਹੋਏਗਾ, ਜਿਹੜਾ ਕਿਸੇ ਵਾਸਤੇ ਅਹਿਸਾਸ ਰੱਖਦਾ ਹੋਏਗਾ। ਅਹਿਸਾਸ ਪਤਾ ਕੀ ਹੈ? ਅਗਰ ਦੋ ਅੱਛੀਆਂ ਚੀਜ਼ਾਂ ਨੇ ਨਾ ਤੇ ਅੱਛੀ ਚੀਜ਼ ਅਗਲੇ ਨੂੰ ਦੇਣਾ, ਆਪ ਉਸ ਤੋਂ ਮਾੜੀ ਰੱਖਣਾ, ਅਗਲੇ ਨੂੰ ਸਕੂਨ ਦੇਣਾ ਤੇ ਆਪ ਤੰਗੀ ਦੇ ਵਿੱਚ ਰਹਿਣਾ, ਇਹਨੂੰ ਅਹਿਸਾਸ ਕਹਿੰਦੇ ਨੇ। ਠੀਕ ਹੈ, ਤੇ ਆਪਣਾ ਨੁਕਸਾਨ ਕਰਵਾ ਕੇ ਵੀ ਅਗਲੇ ਦਾ ਭਲਾ ਕਰਨਾ, ਇਹਨੂੰ ਅਹਿਸਾਸ ਕਹਿੰਦੇ ਨੇ। ਠੀਕ ਹੈ, ਤੇ ਜਿਸ ਨੂੰ ਜਿਤਨਾ ਸ਼ਊਰ ਹੋਏਗਾ ਉਹਨੂੰ ਓਨਾ ਹੀ ਜ਼ਿਆਦਾ ਅਜ਼ਾਬ, ਉਨੀ ਹੀ ਜ਼ਿਆਦਾ ਸਜ਼ਾ ਦਾ ਸਾਹਮਣਾ ਕਰਨਾ ਪਏਗਾ, ਉਨੀ ਹੀ ਜ਼ਿਆਦਾ ਮੁਸ਼ਕਿਲਾਤ ਦਾ ਸਾਹਮਣਾ ਕਰਨਾ ਪਏਗਾ। ਮੇਰੇ ਲਫ਼ਜ਼ ਨਹੀਂ, ਉਹ ਉਹਨਾਂ ਲਫ਼ਜ਼ਾਂ 'ਚ ਅਦਾਇਗੀ ਨਹੀਂ ਹੋ ਸਕਦੀ ਕਿ ਇਹ ਬਿਲਕੁਲ ਉਹ ਬੰਦੇ ਹੀ ਸਮਝ ਸਕਦੇ ਨੇ ਕਿ ਜਿਹੜੇ ਵਾਕਈ ਇਸ ਤਬੀਅਤ ਦੇ ਬੰਦੇ ਨੇ, ਉਹ ਸਮਝ ਸਕਦੇ ਨੇ ਇਸ ਗੱਲ ਨੂੰ। ਪਰ ਇਹੋ ਜਿਹੇ ਲੋਕ ਜਿਹੜੇ ਤਕਰੀਬਨ 5% ਲੋਕ ਹੀ ਮਿਲਦੇ ਨੇ, ਜ਼ਿਆਦਾ ਨਹੀਂ। ਤੇ ਖੁਦਾ ਜਿਨ੍ਹਾਂ ਨੂੰ ਇਲਮ, ਸ਼ਊਰ, ਅਹਿਸਾਸ, ਸੱਚਾਈ ਦੀ ਦੌਲਤ ਨੂੰ ਮਹਿਰੂਮ ਰੱਖਦਾ ਨਾ, ਤਕਰੀਬਨ 95% ਲੋਕ ਇਸ ਤਰ੍ਹਾਂ ਦੇ ਹੁੰਦੇ ਨੇ। ਉਹ ਹਮੇਸ਼ਾ ਆਪਣੀ ਖੁਸ਼ੀ ਦਾ ਖਿਆਲ ਰੱਖਦੇ ਨੇ, ਕੋਈ ਮਰਦਾ ਹੈ ਤੇ ਮਰੇ। ਜਦੋਂ ਪੁੱਛਿਆ ਗਿਆ ਇਮਾਮ ਨੂੰ, ਮੌਲਾ ਨੇ ਫਰਮਾਇਆ ਜਾਨਵਰ ਦੇ ਵਿੱਚ ਤੇ ਇਨਸਾਨ 'ਚ ਕੀ ਫ਼ਰਕ ਹੈ? ਫਰਮਾਇਆ ਜਿਹੜਾ ਆਪਣੀ ਖੁਸ਼ੀ ਦਾ ਹੀ ਖਿਆਲ ਰੱਖੇ ਉਹ ਜਾਨਵਰ ਹੈ, ਜਿਹੜਾ ਲੋਕਾਂ ਦੀ ਖੁਸ਼ੀ ਦਾ ਖਿਆਲ ਕਰੇ, ਜਿਹੜਾ ਲੋਕਾਂ ਦਾ ਦਰਦ ਦਾ ਖਿਆਲ ਕਰੇ, ਉਹੀ ਇਨਸਾਨ ਹੈ। ਜਿਹਨੂੰ ਸਿਰਫ ਆਪਣਾ ਦਰਦ ਮਹਿਸੂਸ ਹੋਵੇ ਉਹ ਜਾਨਵਰ ਹੈ, ਜਿਹਨੂੰ ਕਿਸੇ ਦਾ ਦਰਦ ਮਹਿਸੂਸ ਹੋਵੇ ਉਹੀ ਇਨਸਾਨ ਹੈ, ਮੌਲਾ ਨੇ ਫਰਮਾਇਆ ਸੀ। ਇਹ ਜਿਹੜੇ ਲੋਕ ਨਾ ਖੇਡ ਤਮਾਸ਼ਾ ਦੇ ਸ਼ੌਕੀਨ ਹੁੰਦੇ ਨੇ ਤੇ ਇਹਨਾਂ ਦੇ ਜਿਹੜੇ ਹਮ ਖਿਆਲ ਹੁੰਦੇ ਨੇ, ਸਾਰੇ ਹੀ ਇਹਨਾਂ ਦੇ ਦੋਸਤ ਹੁੰਦੇ ਨੇ ਤੇ ਇਹਨਾਂ ਬਸ ਖੇਡ ਤਮਾਸ਼ੇ 'ਚ ਜ਼ਿੰਦਗੀ ਗੁਜ਼ਾਰਦੇ ਨੇ। ਕੋਈ ਮਰਦਾ ਹੈ ਮਰੇ, ਇਹਨਾਂ ਨੇ ਬਸ ਆਪਣੀ ਖੁਸ਼ੀਆਂ ਦਾ ਖਿਆਲ ਰੱਖਣਾ ਹੈ, ਆਪਣੇ ਆਪ ਨੂੰ ਲਾਈਫ ਇੰਜੋਏ ਕਰੋ, ਬਸ ਮਜ਼ੇ ਉਡਾਓ, ਹੋਰ ਕੁਛ ਨਹੀਂ। ਠੀਕ ਹੈ, ਅਸੀਂ ਠੀਕ ਹੋਣਾ ਚਾਹੀਦੇ ਹਾਂ, ਬਾਕੀ ਮਤਲਬ ਠੀਕ ਤੋਂ ਮਰਾਜ਼ ਅਸੀਂ ਖੁਸ਼ ਹੋਣੇ ਚਾਹੀਦੇ ਹਾਂ, ਬਾਕੀ ਕੋਈ ਮਰਦਾ ਤੇ ਮਰੇ, ਕੋਈ ਪਰੇਸ਼ਾਨੀ ਨਹੀਂ, ਕੋਈ ਟੈਨਸ਼ਨ ਹੀ ਨਹੀਂ। ਸ਼ਰਮ ਹਯਾ ਇਹਨਾਂ ਦੇ ਮੁਤਾਬਕ ਜਹਾਲਤ ਹੁੰਦੀ ਹੈ, ਜਿਹਨੂੰ ਲੋਕ ਸ਼ਰਮ ਹਯਾ ਆਖਿਆ ਜਾਂਦਾ, ਗੈਰਤ ਆਖਿਆ ਜਾਂਦਾ ਹੈ ਨਾ, ਇਹਨਾਂ ਦੇ ਹਾਂ ਉਹ ਜਹਾਲਤ ਹੁੰਦੀ ਹੈ। ਤੇ ਜਿਸ ਨੂੰ ਅਸਲ ਮਾਨੀ 'ਚ ਕੰਜਰਪਨ ਕਿਹਾ ਜਾਂਦਾ ਨਾ, ਉਹਨਾਂ ਦੇ ਨਜ਼ਦੀਕ ਇਹ ਤਲੀਮ ਯਾਫਤਾ, ਠੀਕ ਹੈ, ਮਾਡਰਨਪਨ ਹੁੰਦਾ ਹੈ। ਠੀਕ ਹੈ, ਤੇ ਇਹਦੇ ਨਾਲ ਬੰਦਾ ਅਮੀਰ ਅਮੀਰ ਲੱਗਦਾ ਹੈ, ਇਹਨਾਂ ਦੇ ਨਜ਼ਦੀਕ ਇਹ ਹੈ। ਠੀਕ ਹੈ, ਤੇ ਉਹ ਕਹਿੰਦੇ ਨੇ ਨਾ, ਅਕਲ ਹੈ ਤੇ ਸੋਚਾਂ ਹੀ ਸੋਚਾਂ, ਅਕਲ ਨਹੀਂ ਤੇ ਮੌਜਾਂ ਹੀ ਮੌਜਾਂ। ਮੈਂ ਬਸ ਫਿਰ ਉਹੀ ਗੱਲ ਕਹਿਤੀ ਕਿ ਇਹ ਜਿਹੜੇ 95% ਲੋਕ, ਉਹਨਾਂ ਨੂੰ ਤਾਂ ਮੇਰੀ ਵੀਡੀਓ ਦੀ ਸਮਝ ਹੀ ਨਹੀਂ ਆਣੀ ਕਿ ਮੈਂ ਵੀਡੀਓ ਬਣਾ ਕੇ ਰਿਹਾ। ਠੀਕ ਹੈ, ਮੌਲਾ ਨੇ ਫਰਮਾਇਆ ਵੀ ਸੀ, ਦੁਨੀਆ ਮੋਮਨ ਵਾਸਤੇ ਕੈਦਖਾਨਾ ਹੈ, ਦੁਨੀਆ ਮੋਮਨ ਵਾਸਤੇ ਕੈਦਖਾਨਾ ਹੈ, ਦੁਨੀਆ ਕਾਫਰ ਵਾਸਤੇ ਜੰਨਤ ਹੈ। ਠੀਕ ਹੈ, ਤੇ ਜਿਨ੍ਹਾਂ ਵਾਸਤੇ ਖੇਡ ਤਮਾਸ਼ਾ, ਤੁਸੀਂ ਆ ਮੌਜੂਦਾ ਹਾਲਾਤ ਤੋਂ ਵੀ ਬੜਾ ਕੁਝ ਸਿੱਖ ਰਹੇ ਹੋਵੋਗੇ। ਕਿਉਂ? ਤੁਸੀਂ ਬਚਪਨ 'ਚ ਦੇਖਿਆ ਹੋਣਾ ਕਿ ਅੱਜ ਵੀ ਵੇਖਿਆ ਹੋਣਾ, ਜਿਹੜੇ ਬੱਚੇ ਨੇ ਕੋਈ ਘਰ ਦੇ ਵਿੱਚ ਜਿੱਡੇ ਮਰਜ਼ੀ ਨੁਕਸਾਨ ਹੋ ਜਾਵੇ ਨਾ, ਤੇ ਉਹ ਬੱਚੇ ਜਿਹੜੇ ਹੁੰਦੇ ਉਹਨਾਂ ਨੂੰ ਖੇਡ ਤਮਾਸ਼ੇ ਤੋਂ ਸਿਵਾ ਹੋਰ ਕੁਝ ਸੋਚਦਾ ਹੀ, ਕੋਈ ਖੇਡ ਰਿਹਾ, ਕੋਈ ਛੱਤਾਂ 'ਤੇ ਜਾ ਰਿਹਾ, ਕੋਈ ਗੁੱਡੀਆਂ ਉਡਾ ਰਿਹਾ, ਕੋਈ ਕੀ ਕਰ ਰਿਹਾ, ਕੋਈ ਕ੍ਰਿਕਟ ਖੇਡ ਰਿਹਾ, ਕੋਈ ਜੋ ਮਰਜ਼ੀ ਕਰ ਰਿਹਾ। ਉਹ ਤੋਂ ਸਾਬਤ ਪਤਾ ਕੀ ਹੁੰਦਾ ਕਿ ਬੱਚੇ ਨੇ, ਇਹਨਾਂ ਦੀ ਅਕਲ ਨਹੀਂ ਹੈਗੀ, ਇਹਨਾਂ ਨੂੰ ਪਤਾ ਨਹੀਂ ਹੈਗਾ, ਇਹਨਾਂ ਵਾਸਤੇ ਖਾਣਾ ਪੀਣਾ ਖੇਡ ਤਮਾਸ਼ਾ ਹੀ ਸਭ ਕੁਛ ਹੈ। ਉਹ ਕਿਸੇ ਦੀ ਫੌਤਗੀ ਦੇ ਵਿੱਚੋਂ ਵੀ ਆਪਣੀ ਖੁਸ਼ੀ ਦੇ ਬਹਾਨੇ ਕੱਢ ਲੈਂਦੇ ਨੇ। ਮਤਲਬ ਉਹਨਾਂ ਵਾਸਤੇ ਇਹੀ ਹੁੰਦਾ ਕਿ ਅਸੀਂ ਖੇਡ ਰਹੇ ਹਾਂ, ਸ਼ੌਕ ਪੂਰੇ ਕਰ ਰਹੇ ਹਾਂ। ਤੇ ਜਿਹੜੇ ਵੱਡੇ ਹੁੰਦੇ ਨੇ, ਸਿਆਣੇ ਹੁੰਦੇ ਨੇ, ਉਹ ਪਰੇਸ਼ਾਨ ਹੁੰਦੇ ਨੇ, ਸਿਆਣਿਆਂ ਨਾਲ ਗੱਲਾਂ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਅਫਸੋਸ ਕਰ ਰਹੇ ਹੁੰਦੇ ਨੇ। ਇਸੇ ਤਰ੍ਹਾਂ ਇਹ ਦੁਨੀਆ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਾਮਲਾਤ ਨੇ। ਜਿਹੜਾ ਬਾਸ਼ਊਰ ਹੈ, ਅਹਿਸਾਸ ਰੱਖਦਾ ਹੈ, ਜਿਹਦੇ ਕੋਲ ਸੱਚਾਈ ਹੈ, ਉਹ ਸੱਚ ਬੋਲ ਨਹੀਂ ਸਕਦਾ ਕਿਉਂਕਿ ਅੱਗੇ ਸੁਣਨ ਵਾਲਾ ਕੋਈ ਨਹੀਂ। ਠੀਕ ਹੈ,
ਅੱਗੋਂ ਸੁਣਨ ਵਾਲਾ ਕੋਈ ਨਹੀਂ। ਉਹ ਅਗਰ ਗੈਰਤ ਦੀ ਗੱਲ ਕਰੇਗਾ ਤੇ ਜਿਹੜੇ 95% ਬੇਗੈਰਤ ਨੇ ਉਹ ਉਸ ਦੀ ਗੱਲ ਨੂੰ ਠੁਕਰਾਉਣਗੇ। ਇਹ ਫਿਰ ਗੱਲ ਮੈਂ ਉਹੀ ਕਰ ਰਿਹਾ, ਇਹ ਸਮਝ ਵੀ ਉਸ ਨੂੰ ਹੀ ਆ ਸਕਦੀ ਹੈ ਕਿ ਜਿਹੜਾ 5% ਲੋਕ ਦੇ ਵਿੱਚ ਸ਼ਾਮਲ ਨੇ, ਦੂਜੇ ਨੂੰ ਇਹ ਸਮਝ ਵੀ ਨਹੀਂ ਆ ਸਕਦੀ। ਜਿਨ੍ਹਾਂ ਨੂੰ ਅਹਿਸਾਸ ਦੀ ਸਜ਼ਾ ਮਿਲਦੀ ਹੈ ਲੋਕਾਂ ਕੋਲੋਂ, ਇਹ ਉਹਨੂੰ ਸਮਝ ਆਏਗੀ। ਜਿਹਨੂੰ ਇਲਮ ਹੈ, ਸ਼ਊਰ ਹੈ, ਮੈਂ ਇਲਮ ਸ਼ਊਰ ਦੀ ਇੱਕ ਮਿਸਾਲ ਤੁਹਾਨੂੰ ਦੇ ਦਿੰਦਾ ਵਾਂ ਕਿ ਮੈਂ ਛੋਟੀ ਜਿਹੀ ਮਿਸਾਲ ਦਿੰਦਾ। ਇੱਕ ਬੰਦਾ ਕਹਿੰਦਾ ਜੀ ਉਹ ਫਲਾਨਾ ਬੰਦਾ ਤਾਂ ਮੈਨੂੰ ਪੈ ਹੀ ਗਿਆ। ਹੁਣ ਜਿਸਨੇ ਕਿਹਾ ਨਾ ਫਲਾਨਾ ਬੰਦਾ ਮੈਨੂੰ ਪੈ ਗਿਆ, ਜਾਂ ਫਲਾਨੀ ਕਿਸੇ ਦੀ ਮਾਂ ਮੈਨੂੰ ਪੈ ਹੀ ਗਈ, ਟੁੱਟ ਗਈ ਪੈ ਗਈ, ਉਹ ਭਾਈ ਪੈਂਦਾ ਕੁੱਤਾ ਹੈ ਜਾਂ ਕੁੱਤੀ ਪੈਂਦੀ ਹੈ। ਤੇ ਹੁਣ ਉਹਨੂੰ ਤੇ ਪਤਾ ਨਹੀਂ ਕਿ ਮੈਂ ਕੀ ਕਹਿ ਗਿਆ ਇਸ ਜੁਮਲੇ ਦੇ ਵਿੱਚ, ਲੇਕਿਨ ਜਿਹਨੂੰ ਕਿਹਾ ਗਿਆ ਹੈ ਅਗਰ ਉਹਨੂੰ ਸ਼ਊਰ ਹੈ, ਸਮਝ ਹੈ, ਅਹਿਸਾਸ ਹੈ, ਉਹਦੀ ਉੱਥੇ ਮੌਤ ਵਾਕਿਆ ਹੋ ਜਾਣੀ ਕਿ ਯਾਰ ਇਹਨੇ ਮੈਨੂੰ ਕਹਿ ਕੀ ਦਿੱਤਾ, ਉਹਨੇ ਅੰਦਰ ਹੀ ਅੰਦਰ ਸੜੀ ਜਾਣਾ। ਦੂਸਰੀ ਮਿਸਾਲ ਸੁਣ ਲਵੋ, ਉਹ ਇੱਕ ਜਾਂਗਲੀ ਲੋਕ ਸਨ, ਉਹਨਾਂ ਦਾ ਪੀਰ ਉਹਨਾਂ ਦੇ ਘਰ ਆ ਗਿਆ, ਮਾਲ ਡੰਗਰ ਉਹਨਾਂ ਰੱਖਿਆ ਹੋਇਆ ਸੀ, ਤੇ ਉਹ ਜਾਂਗਲੀ ਕਹਿਣ ਲੱਗਿਆ ਕਿ ਬਾਬਾ ਜੀ ਸਾਡੇ ਘਰ ਤੇ ਚੋਰੀਆਂ ਹੀ ਬੜੀਆਂ ਹੁੰਦੀਆਂ ਨੇ ਤੇ ਕੋਈ ਸਾਨੂੰ ਹੱਲ ਦੱਸੋ। ਅੱਗੋਂ ਪੀਰ ਸਾਹਿਬ ਕਹਿਣ ਲੱਗੇ ਕਿ ਭਾਈ ਤੁਸੀਂ ਕੋਈ ਨਾ ਕੁੱਤਾ ਰੱਖੋ, ਕੋਈ ਗੁਲਟਰੀਆ ਰੱਖ ਲਓ, ਕੋਈ ਬਘਿਆੜੀ ਕੁੱਤਾ ਰੱਖ ਲਓ, ਕੋਈ ਜਰਮਨ ਸ਼ੈਫਰਡ ਕੁੱਤਾ ਰੱਖ ਲਵੋ ਤੇ ਤੁਹਾਡਾ ਚੋਰੀਆਂ ਘਟ ਜਾਣਗੀਆਂ। ਹੁਣ ਉਹਨੂੰ ਅੱਗੋਂ ਜਿਹੜਾ ਮਰੀਜ਼ ਸੀ ਉਹਨੂੰ ਸ਼ਊਰ ਨਹੀਂ ਸੀ, ਉਹਨੂੰ ਸੈਂਸ ਨਹੀਂ ਸੀ, ਇਲਮ ਨਹੀਂ ਸੀ, ਉਹ ਅੱਗੋਂ ਕੀ ਕਹਿ ਰਿਹਾ ਆਪਣੇ ਵੱਲੋਂ, ਤੇ ਬੜਾ ਬਣਿਆ ਨਾ, ਅੱਛਾ ਮਰੀਜ਼ ਬਣਿਆ, ਬੜਾ ਕੀਦੇ ਵਾਲਾ ਮਰੀਜ਼ ਬਣਿਆ। ਪਤਾ ਕੀ ਕਹਿੰਦਾ, ਉਹ ਕਹਿੰਦਾ ਪੀਰ ਸਾਹਿਬ ਸਾਨੂੰ ਕਈ ਨਹੀਂ ਪਤਾ, ਸਾਡੇ ਵਾਸਤੇ ਗੁਲਟਰੀਆ ਵੀ ਤੁਸੀਂ ਹੋ, ਠੀਕ ਹੈ, ਸਾਡੇ ਵਾਸਤੇ ਜਰਮਨ ਸ਼ੈਫਰਡ ਵੀ ਤੁਸੀਂ ਹੋ, ਬਘਿਆੜੀ ਵੀ ਤੁਸੀਂ ਹੋ, ਸਾਡੇ ਵਾਸਤੇ ਸਭ ਕੁਝ ਤੁਸੀਂ ਹੋ, ਬਸ ਸਾਡੇ ਘਰ ਚੋਰੀ ਨਹੀਂ ਹੋਣੀ ਚਾਹੀਦੀ। ਹੁਣ ਪੀਰ ਦੀ ਇੱਥੇ ਮੌਤ ਵਾਕਿਆ ਹੋ ਜਾਂਦੀ ਕਿ ਮੈਨੂੰ ਕਹਿ ਕੀ ਦਿੱਤਾ ਇਹਨੇ, ਤਾਂ ਮੈਨੂੰ ਸਲੀਲ ਕਰ ਦਿੱਤਾ। ਲੇਕਿਨ ਜਿਹੜਾ ਮਰੀਜ਼ ਸੀ ਨਾ, ਜਿਹਨੂੰ ਸ਼ਊਰ ਅਹਿਸਾਸ ਨਹੀਂ ਸੀ, ਇਲਮ ਨਹੀਂ ਸੀ, ਉਹਦੇ ਉਹ ਤੇ ਆਪਣੇ ਤੌਰ ਤੇ ਅਦਬ ਹੀ ਕਰ ਰਿਹਾ ਸੀ ਨਾ ਕਿ ਬਾਬਾ ਜੀ ਸਭ ਕੁਝ ਤੁਸੀਂ ਹੋ ਸਾਡੇ ਵਾਸਤੇ, ਪਰ ਉਹਨੇ ਗੱਲਾਂ ਗੱਲਾਂ 'ਚ ਉਹਨੂੰ ਕੁੱਤਾ ਵੀ ਬਣਾ ਛੱਡਿਆ। ਤੇ ਗੱਲ ਇਹ ਆ ਕਿ ਜਿਹਨਾਂ ਨੂੰ ਅਹਿਸਾਸ ਸ਼ਊਰ ਹੁੰਦਾ ਨਾ, ਉਹਨਾਂ ਨੂੰ ਇਸੇ ਲਈ ਤੇ ਕਹਿੰਦੇ ਨੇ ਕਿ ਅਕਲਮੰਦ ਜਿਹੜਾ ਨਾ ਦੁਸ਼ਮਣ ਬਿਹਤਰ ਹੈ ਬੇਵਕੂਫ ਸੱਜਣ ਨਾਲੋਂ, ਕਿਉਂਕਿ ਬੇਵਕੂਫ ਜਿਹੜਾ ਸੱਜਣ ਹੁੰਦਾ ਨਾ, ਇਹੋ ਜਿਹੀ ਗੁਸਤਾਖੀ ਕਰ ਜਾਂਦਾ ਹੈ, ਲੇਕਿਨ ਇਲਮ ਵਾਲੇ, ਸ਼ਊਰ ਵਾਲੇ, ਅਹਿਸਾਸ ਵਾਲੇ ਬੰਦਿਆਂ ਨੂੰ ਉਹ ਬਰਦਾਸ਼ਤ ਕਰਨੀ ਪੈਂਦੀ ਹੈ। ਅੰਦਰੋਂ ਅੰਦਰ ਤੇ ਭਾਵੇਂ ਉਹ ਸੜੀ ਬਲੀ ਜਾਣ, ਯਕੀਨ ਕਰੋ ਇਲਮ, ਅਹਿਸਾਸ, ਸ਼ਊਰ ਇੱਕ ਐਸੀ ਸਜ਼ਾ ਹੈ ਨਾ ਕਿ ਜਿਹੜੀ ਉਹਨੂੰ ਅੰਦਰ ਹੀ ਅੰਦਰ ਸਾੜਦੀ ਰਹਿੰਦੀ ਹੈ। ਬਾਕੀ ਗੱਲ ਫੇਰ ਕਿਹਾ ਕਿ 5% ਨੂੰ ਆਉਣੇ, 95% ਨੂੰ ਸਮਝ ਵੀ ਨਹੀਂ ਆਉਣੀ। ਹੋਏ ਹੋਏ। ਬਾਕੀ ਸ਼ੁਕਰੀਆ ਮਾਲਕ ਦਾ ਫਿਰ ਵੀ, ਪਰ ਕਰਨਾ ਚਾਹੀਦਾ ਹੈ ਇਹਨਾਂ ਲੋਕਾਂ ਨੂੰ, ਫਿਰ ਵੀ ਸ਼ੁਕਰੀਆ ਕਰਨਾ ਚਾਹੀਦਾ ਹੈ ਕਿ ਅਸਲ ਜ਼ਿੰਦਗੀ ਇਹੋ ਹੀ ਹੈ। ਅੱਲਾਹ ਪਾਕ ਜੋ ਦਿੰਦਾ ਹੈ ਸੋਚ ਸਮਝ ਕੇ ਦਿੰਦਾ ਹੈ। ਉਹਨਾਂ ਨੇ ਅਗਰ ਅਕਲ, ਸ਼ਊਰ, ਅਹਿਸਾਸ ਰੱਖਿਆ ਸੀ ਤੇ ਤਾਂ ਹੀ ਰੱਖਿਆ ਸੀ ਕਿ ਤੁਸੀਂ ਇਸ ਕਾਬਲ ਹੋ ਜਾਂ ਤੁਸੀਂ ਇਸ ਨੂੰ ਸੰਭਾਲ ਸਕਦੇ ਹੋ। ਤੇ ਜਿਹੜੇ ਲੋਕ ਇਸ ਦੌਲਤ ਤੋਂ ਮਹਿਰੂਮ ਰੱਖਿਆ ਜਿਨ੍ਹਾਂ ਲੋਕਾਂ ਨੂੰ, ਉਹ ਲੋਕ ਬੱਚੇ ਤਬੀਅਤ ਦੇ ਸੀ, ਉਹ ਅਵਾਰਾ ਸੀ, ਉਹਨਾਂ ਨੂੰ ਨਹੀਂ ਦਿੱਤੀ ਉਹ ਚੀਜ਼, ਠੀਕ ਹੈ। ਲਿਹਾਜ਼ਾ ਕੋਈ ਨਾ ਕੋਈ ਤੇ ਹਦੀਆ ਦੇਣਾ ਪੈਂਦਾ ਨਾ ਫਿਰ ਚੀਜ਼ ਦਾ। ਅਗਰ ਕਿਸੇ ਨੂੰ ਮਾਲਕ ਨੇ ਇਲਮ, ਸ਼ਊਰ, ਅਹਿਸਾਸ ਦਿੱਤਾ ਹੈ, ਫਿਰ ਉਹਦਾ ਕੋਈ ਹਰਜਾਨਾ ਤੇ ਭੁਗਤਣਾ ਪੈਂਦਾ। ਬਾਕੀ ਇਹ ਲੋਕ ਫਿਰ ਵੀ ਅੱਛੇ ਨੇ, ਠੀਕ ਹੈ। ਬਾਕੀ ਹੁੱਬੇ ਅਲੀ ਰਹਿਮਤੁल्लाह, बुग़्ज़ अली लानतुल्लाह बेशुमार।